ਸਰਬੱਤ ਦਾ ਭਲਾ। ਆਈ ਹੋਈ ਸਾਧ ਸੰਗਤ ਜੀ ਨੂੰ ਦਾਸ ਧਰਮ ਦੀ ਸਥਾਪਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਸਾਧ ਸੰਗਤ ਜੀ, ਦਾਸ ਦੀ ਗੱਲ ਹੋ ਰਹੀ ਆ ਤਾਂ ਮੈਂ ਵੀ ਬਾਬਾ ਜੀ ਨੂੰ ਇੱਕ ਵਾਰ ਪੁੱਛਿਆ ਸੀ ਕਿ ਦਾਸ ਦਾ ਮੀਨਿੰਗ ਕੀ ਆ। ਤਾਂ ਇਹਨਾਂ ਨੇ ਮੈਨੂੰ ਦੱਸਿਆ ਸੀ ਕਿ ਦਾਸ, ਅਸੀਂ ਕਿਸੇ ਬੰਦੇ ਦੇ ਦਾਸ ਨਹੀਂ ਆ, ਅਸੀਂ ਦਾਸ ਆ ਉਸ ਮਾਲਕ ਦੇ, ਸਰਵੈਂਟ ਆਫ ਗੋਡ। ਸਾਨੂੰ ਮਹਾਰਾਜ ਨੇ ਦਾਸ ਬਣਾਇਆ ਕਿ ਤੁਸੀਂ ਉਸ ਮਾਲਕ ਦੇ ਦਾਸ ਬਣੋ। ਕਿਸੇ ਜੀਵ ਦੇ ਦਾਸ ਨੌਕਰ ਬਣਨ ਦੀ ਲੋੜ ਨਹੀਂ। ਜੇ ਤੁਸੀਂ ਉਸ ਮਾਲਕ ਦੇ ਦਾਸ ਬਣ ਜਾਓਗੇ, ਉਹਦੇ ਗੁਣ ਧਾਰਨ ਕਰ ਲਓਗੇ, ਤੇ ਫਿਰ ਅਸੀਂ ਅਸਲੀ ਦਾਸ ਕਹਿਲਾਵਾਂਗੇ, ਉਸ ਪਰਮਾਤਮਾ ਦੇ ਦਾਸ ਬਣ ਕੇ। ਤਾਂ ਉਹ ਦਾਸ ਬਣਨ ਲਈ ਸਾਧ ਸੰਗਤ ਜੀ ਸੌਖਾ ਕੰਮ ਨਹੀਂ ਹੈ ਉਸ ਦਾ ਦਾਸ ਬਣਨਾ। ਕਿਉਂ? ਤੁਹਾਡੇ ਸਾਹਮਣੇ ਬੈਠੇ ਨੇ ਸਰਵੈਂਟ ਆਫ ਗੋਡ ਬਾਬਾ ਜੀ ਸਾਡੇ। ਇਹਨਾਂ ਨੂੰ ਤੁਸੀਂ ਦੇਖ ਲਓ, ਇਹਨਾਂ ਦਾ ਜੀਵਨ ਦੇਖ ਲਓ ਕਿਸ ਤਰ੍ਹਾਂ ਦਾ ਹੈ। ਮੈਂ ਤਾਂ ਚਲੋ ਦੇਖਿਆ, ਮੈਂ ਇਹ ਨਹੀਂ ਕਹਿੰਦੀ ਕਿ ਮੈਂ ਦਾਸ ਬਣ ਗਈ, ਮੈਂ ਬਣ ਵੀ ਨਹੀਂ ਸਕਦੀ ਕਦੀ, ਕਿਉਂਕਿ ਦਾਸ ਬਣਨਾ ਇਹ ਜਿਹੜਾ ਮਾਰਗ ਹੈ ਬਹੁਤ ਔਖਾ ਹੈ, ਬਹੁਤ ਔਖਾ। ਅਸੀਂ ਦਾਸ ਧਰਮ ਦੇ ਨਾਅਰੇ ਲਗਾ ਸਕਦੇ ਹਾਂ, ਦਾਸ ਧਰਮ ਦੀ ਵਿਆਖਿਆ ਕਰ ਸਕਦੇ ਹਾਂ, ਲੇਕਿਨ ਅਸੀਂ ਦਾਸ ਨਹੀਂ ਬਣ ਸਕਦੇ। ਸੋ ਦਾਸ ਬਣਨਾ ਤਾਂ ਬਹੁਤ ਦੂਰ ਦੀ ਗੱਲ ਹੈ। ਵਰਦੀਆਂ ਪਾ ਕੇ ਅਸੀਂ ਖੜੇ ਹੋ ਸਕਦੇ ਹਾਂ, ਲੇਕਿਨ ਦਾਸ ਬਣਨ ਲਈ ਦਾਸ ਧਰਮ 'ਚ ਆ ਕੇ ਉਸ ਮਾਲਕ ਦੇ ਭਾਣੇ ਨੂੰ ਮੰਨਣਾ ਪੈਂਦਾ ਹੈ, ਫਿਰ ਅਸੀਂ ਅਸਲੀ ਦਾਸ ਬਣ ਸਕਦੇ ਹਾਂ। ਲੇਕਿਨ ਹੁੰਦਾ ਕੀ ਹੈ, ਜੇ ਸਾਨੂੰ ਮਾੜੀ ਜਿਹੀ ਵੀ ਤਕਲੀਫ ਆ ਜਾਂਦੀ ਆ ਤਾਂ ਅਸੀਂ ਘਬਰਾ ਜਾਂਦੇ ਹਾਂ ਕਿ ਸਾਨੂੰ ਕਿਉਂ ਆ ਗਈ। ਇਹ ਦਾਸ ਦੇ ਗੁਣ ਨਹੀਂ ਆ। ਜਿਹੜਾ ਅਸਲੀ ਦਾਸ ਹੈ ਉਹ ਉਹਦੇ ਭਾਣੇ 'ਚ ਰਹਿੰਦਾ ਹੈ, ਉਹਦੇ ਭਾਣੇ ਨੂੰ ਮੰਨਦਾ ਹੈ। ਸਵੇਰੇ ਬਾਬਾ ਜੀ ਨਾਲ ਮੇਰੀ ਗੱਲ ਹੋ ਰਹੀ ਸੀ, ਗਿਆਨ ਤਾਂ ਬਹੁਤ ਮਿਲਦਾ ਰਹਿੰਦਾ, ਲੇਕਿਨ ਸੇਵ ਨਹੀਂ ਕਰ ਪਾਉਂਦੀ ਮੈਂ, ਕਿਉਂਕਿ ਮੈਂ ਦਾਸ ਨਹੀਂ ਬਣੀ ਹਜੇ। ਇੰਨੇ ਸਾਲ ਹੋ ਗਏ ਬਾਬਾ ਜੀ ਨਾਲ ਰਹਿੰਦਿਆਂ। 18-19 ਸਾਲ ਦਾ ਸਫ਼ਰ ਥੋੜ੍ਹਾ ਨਹੀਂ ਹੁੰਦਾ ਸੰਗਤ ਜੀ। 18 ਸਾਲ ਹੋ ਗਏ ਮੈਨੂੰ ਬਾਬਾ ਜੀ ਨਾਲ ਮੈਰਿਜ ਹੋਈ ਨੂੰ। ਤਾਂ 18 ਸਾਲ 'ਚ ਤਾਂ ਬੰਦਾ, 12 ਸਾਲ ਕਾਫੀ ਹੁੰਦੇ ਨੇ ਇੱਕ ਸੇਵਕ ਬਣਨ ਲਈ, ਇੱਕ ਦਾਸ ਬਣਨ ਲਈ। ਮੈਨੂੰ ਤਾਂ 18 ਸਾਲ ਹੋ ਗਏ, ਪਰ ਮੈਂ ਨਹੀਂ ਕਹਿ ਸਕਦੀ ਕਿ ਮੈਂ ਇੱਕ ਦਾਸ ਬਣ ਗਈ। ਸਵੇਰੇ ਬਾਬਾ ਜੀ ਨਾਲ ਗੱਲ ਹੋ ਰਹੀ ਸੀ, ਚਾਹ ਪੀ ਰਹੇ ਸੀ ਅਸੀਂ। ਗੱਲ ਕੀ ਹੋ ਰਹੀ ਸੀ ਕਿ ਮਹਾਰਾਜ ਜੀ ਕੋਲ ਕੋਈ ਆ ਜਾਂਦਾ ਸੀ ਅਤੇ ਉਹਨਾਂ ਅੱਗੇ ਫਰਿਆਦ ਕਰਦਾ ਸੀ, ਮਹਾਰਾਜ ਜੀ ਸਾਨੂੰ ਪੈਸਾ ਦੇ ਦਿਓ ਜਾਂ ਸਾਨੂੰ ਕੋਈ ਵੀ ਚੀਜ਼ ਦੇ ਦਿਓ। ਮੰਗਾਂ ਹੀ ਮੰਗਦੇ ਸੀ, ਅਤੇ ਅੱਗੋਂ ਉਹ ਇੱਕੋ ਹੀ ਜਵਾਬ ਦਿੰਦੇ ਸੀ ਕਿ ਤੁਹਾਨੂੰ ਇਨਸਾਨ ਬਣਾਇਆ ਰੱਬ ਨੇ, ਕਿਹਾ ਇਹ ਕਾਫੀ ਨਹੀਂ ਹੈ? ਤੁਸੀਂ ਇਨਸਾਨ ਦੀ ਜੂਨ 'ਚ ਆ ਗਏ ਆ, ਇਹਦੇ ਤੁਸੀਂ ਰੱਬ ਦਾ ਸ਼ੁਕਰ ਮਨਾਓ ਕਿ ਤੁਸੀਂ ਕੋਈ ਪਸ਼ੂ ਪਕਸ਼ੀ ਨਹੀਂ ਬਣ ਗਏ, ਕੋਈ ਜਾਨਵਰ ਨਹੀਂ ਬਣ ਗਏ, ਕੀੜਾ ਮਕੌੜਾ ਨਹੀਂ ਬਣ ਗਏ, ਤੁਸੀਂ ਇਨਸਾਨ ਬਣ ਗਏ ਹੋ। ਇਹ ਸ਼ੁਕਰਾਨਾ ਕਰਿਆ ਕਰੋ ਉਸ ਮਾਲਕ ਦਾ ਕਿ ਰੱਬਾ ਤੂੰ ਸਾਨੂੰ ਇਨਸਾਨ ਬਣਾਇਆ, ਸਾਨੂੰ ਅੰਗ ਪੈਰ ਦਿੱਤੇ, ਸਾਡਾ ਦਿਮਾਗ ਦਿੱਤਾ, ਸਾਨੂੰ ਬੁੱਧੀ ਦਿੱਤੀ ਆ, ਮਿਹਨਤ ਕਰਨ ਲਈ ਲੱਤਾਂ ਦਿੱਤੀਆਂ ਨੇ, ਹੱਥ ਕਰਨ ਲਈ, ਕੰਮ ਕਰਨ ਲਈ ਹੱਥ ਦਿੱਤੇ ਨੇ, ਸੋਚਣ ਲਈ ਦਿਮਾਗ ਦਿੱਤਾ। ਹੁਣ ਇਸ ਤੋਂ ਜ਼ਿਆਦਾ ਰੱਬ ਕੀ ਕਰ ਸਕਦਾ? ਸਾਰੀਆਂ ਸੁੱਖ ਸਹੂਲਤਾਂ ਉਹਨੇ ਦਿੱਤੀਆਂ ਨੇ ਤੁਹਾਨੂੰ ਇਹ ਸਰੀਰ ਦੇ ਅੰਦਰ। ਤੁਸੀਂ ਇਹਦਾ ਯੂਜ਼ ਕਰਕੇ ਜੋ ਮਰਜ਼ੀ ਹਾਸਿਲ ਕਰ ਲਓ, ਮਿਹਨਤ ਕਰਕੇ ਪੈਸਾ ਕਮਾ ਲਓ। ਆਪਣੀ ਬੁੱਧੀ ਨਾਲ ਸੋਚੋਗੇ ਸਾਨੂੰ ਇਹ ਸਰੀਰ ਮਿਲਿਆ ਕਿਉਂ ਹੈ, ਮਾਲਕ ਨੇ ਸਾਨੂੰ ਕਿਉਂ ਦਿੱਤਾ। ਉਹਨੇ ਸਾਨੂੰ ਸਭ ਕੁਝ ਦਿੱਤਾ ਹੈ, ਲੇਕਿਨ ਕੀ ਆ, ਅਸੀਂ ਉਹ ਚੀਜ਼ ਨਹੀਂ ਦੇਖ ਰਹੇ ਜੋ ਉਹਨੇ ਸਾਨੂੰ ਦਿੱਤੀ ਆ, ਲੇਕਿਨ ਜੋ ਸਾਡੇ ਕੋਲ ਨਹੀਂ ਆ ਅਸੀਂ ਉਹਨੂੰ ਪਾਲਣ 'ਚ ਲੱਗੇ ਹੋਏ ਹਾਂ। ਜਿਸ ਦਿਨ ਸਾਨੂੰ ਇਹ ਸਮਝ ਆ ਗਈ ਕਿ ਇਹ ਸਰੀਰ ਸਾਨੂੰ ਉਹਨੇ ਦਿੱਤਾ ਕਿਉਂ ਹੈ, ਉਸ ਦਿਨ ਅਸੀਂ ਅਸਲੀ ਦਾਸ ਬਣ ਜਾਵਾਂਗੇ। ਤਾਂ ਸਾਧ ਸੰਗਤ ਜੀ, ਕੋਈ ਵੀ ਧਰਮ ਚੱਲਦਾ ਹੈ, ਜਿੱਦਾਂ ਦਾਸ ਧਰਮ ਬਣਾਇਆ ਮਹਾਰਾਜ ਜੀ ਨੇ, ਉਹ ਸਾਨੂੰ ਡਿਸਿਪਲਿਨ ਸਿਖਾਉਂਦਾ, ਮਰਿਆਦਾ ਸਿਖਾਉਂਦਾ, ਮਰਿਆਦਾ 'ਚ ਰਹਿਣਾ ਸਿਖਾਉਂਦਾ। ਇਸ ਲਈ ਧਰਮ ਬਣਾਏ ਜਾਂਦੇ ਨੇ। ਧਰਮ ਕੋਈ ਮਾੜਾ ਨਹੀਂ ਆ। ਕੋਈ ਵੀ ਨਵਾਂ ਧਰਮ ਆਉਂਦਾ ਹੈ, ਸਭ ਉਸ ਰੱਬ ਨਾਲ ਜੋੜਨ ਲਈ ਆਉਂਦਾ, ਮਰਿਆਦਾ 'ਚ ਰਹਿਣਾ ਸਿਖਾਉਂਦਾ ਸਾਨੂੰ। ਔਰ ਜਦੋਂ ਅਸੀਂ ਕਿਸੇ ਧਰਮ ਨਾਲ ਜੁੜ ਜਾਂਦੇ ਹਾਂ, ਸੱਚੇ ਧਰਮ ਨਾਲ, ਸਾਰੇ ਧਰਮ ਸੱਚੇ ਨੇ, ਅਸੀਂ ਦਾਸ ਧਰਮ ਨਾਲ ਜੁੜੇ ਹਾਂ, ਸਾਡੇ ਲਈ ਇਹੀ ਸੱਚਾ, ਕਿਉਂਕਿ ਸਾਨੂੰ ਇਹਨੇ ਰੱਬ ਨਾਲ ਮਿਲਾਇਆ, ਇਹਨੇ ਦੱਸਿਆ ਕਿ ਰੱਬ ਕੀ ਆ, ਅਸੀਂ ਕਿਉਂ ਜਨਮ ਲਿਆ, ਸਾਨੂੰ ਇੱਥੋਂ ਹੀ ਸਿੱਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਤਾਂ ਅਸੀਂ ਜਾਣਦੇ ਹੀ ਨਹੀਂ ਸੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਸਤਸੰਗ ਸੁਣਿਆ ਬਾਬਾ ਜੀ ਦਾ, ਪੜ੍ਹਦੀ ਸੀ ਮੈਂ ਉਸ ਟਾਈਮ, ਤੋ ਦਾਸ ਦਿਆਲ ਦਾਸ ਜੀ ਬਿਮਾਰ ਸੀ, ਮੰਮੀ ਇਹਨੂੰ ਲੈ ਕੇ ਡੇਰੇ ਆਉਂਦੇ ਸੀ, ਮੈਂ ਵੀ ਆ ਗਈ। ਇੱਕ ਦਿਨ ਮੰਮੀ ਨਾਲ ਮੈਂ ਵੀ ਆ ਗਈ, ਸਤਸੰਗ ਸੁਣਿਆ, ਅਤੇ ਮੈਂ ਮੰਮੀ ਨੂੰ ਇੱਕੋ ਗੱਲ ਕਹੀ, ਮੈਨੂੰ ਹਜੇ ਵੀ ਯਾਦ ਆ ਕਿ ਕਿੱਥੇ ਲੈ ਕੇ ਆ ਗਏ ਤੁਸੀਂ ਮੈਨੂੰ। ਮੇਰੇ ਲਫ਼ਜ਼ ਸੀ ਕਿ ਤੁਸੀਂ ਕਿੱਥੇ ਲੈ ਕੇ ਆ ਗਏ, ਆ ਕੀਰਤਨ ਹੋਈ ਜਾ ਰਿਹਾ, ਸਤਸੰਗ ਹੋਈ ਜਾ ਰਿਹਾ, ਬੋਰ ਹੋ ਗਈ ਮੈਂ ਤਾਂ ਇੱਥੇ। ਪੜ੍ਹਦੀ ਸੀ ਉਦੋਂ, ਇੰਨੀ ਬੁੱਧੀ ਨਹੀਂ ਸੀ ਕਿ ਇਹ ਕੀ ਆ। ਹੌਲੀ ਹੌਲੀ ਆਉਣ ਲੱਗੇ।
ਇਹ ਬਿਮਾਰ ਸੀ, ਮੰਮੀ ਆਂਦੇ ਸੀ, ਮੈਂ ਵੀ ਨਾਲ ਆਉਣ ਲੱਗੇ। ਹੌਲੀ ਹੌਲੀ ਆ ਕੇ ਪਤਾ ਚੱਲਿਆ ਕਿ ਇਹ ਚੀਜ਼ ਕੀ ਆ। ਦੂਰ ਦੂਰ ਤੱਕ ਨਹੀਂ ਪਤਾ ਸੀ ਕਿ ਸਤਸੰਗ ਕੀਰਤਨ ਹੁੰਦਾ ਕੀ ਆ। ਕਿਉਂ ਕਦੀ ਗਏ ਨਹੀਂ, ਕਿਸੇ ਨੇ ਦੱਸਿਆ ਨਹੀਂ ਕਦੀ। ਜਦੋਂ ਗਏ ਤਾਂ ਪਤਾ ਚੱਲਿਆ ਕਿ ਜਨਮ ਮਿਲਿਆ ਕਿਉਂ ਹੈ। ਜਨਮ ਸਾਨੂੰ ਮਿਲਿਆ ਉਸ ਮਾਲਕ ਨਾਲ ਜੁੜਨ ਲਈ, ਜਿੱਥੋਂ ਅਸੀਂ ਆਏ ਹਾਂ, ਜਿਹਦੀਆਂ ਅਸੀਂ ਰੂਹ ਹਾਂ, ਜਿੱਥੋਂ ਅਸੀਂ ਵਿਛੜ ਕੇ ਇਸ ਧਰਤੀ 'ਤੇ ਆਏ ਹਾਂ। ਉਹਨੂੰ ਅਸੀਂ ਕਿੱਦਾਂ ਮਿਲਣਾ, ਉਹ ਇੱਕ ਰਸਤਾ ਹੈ। ਕੋਈ ਵੀ ਧਰਮ ਉਹ ਇੱਕ ਰਸਤਾ ਉੱਥੇ ਤੱਕ ਪਹੁੰਚਣ ਦਾ। ਪਰ ਪਹੁੰਚੋਗੇ ਤਾਂ ਜੇ ਚੱਲੋਗੇ। ਬੈਠੇ ਬੈਠੇ ਤੁਸੀਂ ਕਿਤੇ ਨਹੀਂ ਜਾ ਸਕਦੇ। ਹੁਣ ਤੁਸੀਂ ਬੈਠੇ ਬੈਠੇ ਕਹੋ ਮੈਂ ਦਿੱਲੀ ਪਹੁੰਚ ਜਾ, ਨਹੀਂ ਜਾ ਸਕਦੇ। ਓਨਲੀ ਤੁਹਾਨੂੰ ਸਟੇਸ਼ਨ ਜਾਣਾ ਪੈਣਾ, ਬੱਸ ਸਟੋਪ ਜਾਣਾ ਪੈਣਾ, ਬੱਸ ਫੜਨੀ ਪੈਣੀ ਆ, ਫਿਰ ਪਹੁੰਚੋਗੇ। ਬੈਠੇ ਬੈਠੇ ਨਹੀਂ ਪਹੁੰਚ ਸਕਦੇ। ਸੋ ਜੇ ਤੁਸੀਂ ਕਿਸੇ ਵੀ ਧਰਮ 'ਚ ਜੁੜੇ ਹੋ ਤਾਂ ਜੁੜ ਜਾਓ, ਫਿਰ ਪੱਕੀ ਤਰ੍ਹਾਂ ਜੁੜੋ। ਕੱਚੇ ਰਹੋਗੇ ਨਾ ਇੱਧਰ ਦੇ ਨਾ ਉੱਧਰ ਦੇ, ਵਿੱਚ ਰੁਲ ਜਾਓਗੇ। ਕਿਸੇ ਨੇ ਤੁਹਾਡੀ ਬਾਂਹ ਨਹੀਂ ਫੜਨੀ। ਜੇ ਜੁੜਨਾ ਤਾਂ ਪੱਕੀ ਇੱਦਾਂ ਜੁੜੋਗੇ, ਕਦੀ ਟੁੱਟੋ ਨਾ। ਫਿਰ ਤੁਹਾਨੂੰ ਕੋਈ ਤੋੜ ਨਹੀਂ ਸਕਦਾ, ਨਾ ਇਸ ਜੱਗ 'ਚ ਨਾ ਉਸ ਰੱਬ 'ਚ। ਤੁਹਾਨੂੰ ਜੱਗ 'ਚ ਵੀ ਮਿਲੇਗਾ ਸਭ ਕੁਝ, ਤੁਹਾਨੂੰ ਰੱਬ ਦਾ ਵੀ ਸਭ ਕੁਝ ਮਿਲੇਗਾ। ਇੱਥੇ ਤਾਂ ਤੁਸੀਂ ਕਮਾ ਹੀ ਲਓਗੇ। ਤੁਹਾਨੂੰ ਰੱਬ ਨੇ 5 ਤੱਤ ਦਾ ਸਰੀਰ ਦਿੱਤਾ, ਤੁਸੀਂ ਕਮਾ ਲਓਗੇ। ਬੁੱਧੀ ਦਿੱਤੀ ਹੈ ਤੁਹਾਨੂੰ, ਸਭ ਕੁਝ ਦਿੱਤਾ, ਦਿਮਾਗ ਦਿੱਤਾ ਤੁਹਾਨੂੰ ਸੋਚਣ ਲਈ। ਲੇਕਿਨ ਉਹ ਜਿਹੜੀ ਸੋਚ, ਜਿਸ ਸੋਚ ਦੀ ਗੱਲ ਸੰਤ ਮਹਾਤਮਾ ਕਰਦੇ ਨੇ, ਉਹ ਤੁਹਾਨੂੰ ਸੰਤ ਕੋ ਜਾ ਕੇ ਮਿਲਣੀ ਆ। ਉਹ ਸੋਝੀ ਤੁਹਾਨੂੰ ਉਹੀ ਦੇ ਸਕਦਾ ਕਿ ਤੁਸੀਂ ਕਿਸ ਲਈ ਆਏ ਹੋ। ਤਾਂ ਉਹ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਕਿਸ ਲਈ ਆਏ ਹਾਂ। ਮੈਂ ਇੰਨੇ ਸਾਲਾਂ ਤੋਂ ਕਈ ਜੀ ਆਏ। ਐਸਾ ਨਹੀਂ ਹੈ ਕਿ ਸਭ ਨੂੰ ਦਾਤਾਂ ਮਿਲੀਆਂ। ਕਿਸੇ ਦੇ ਬੱਚੇ ਹੋ ਗਏ, ਕਿਸੇ ਨੂੰ ਰੋਜ਼ਗਾਰ ਮਿਲ ਗਿਆ, ਕੋਈ ਰੁੱਸ ਕੇ ਵੀ ਬੈਠ ਗਏ। ਨਾਮਦਾਨ ਲਿਆ 10-10 ਸਾਲ ਹੋ ਗਏ, ਲੇਕਿਨ ਰੁੱਸ ਕੇ ਵੀ ਬੈਠ। ਰੋਸਾ ਕਿਸ ਗੱਲ ਦਾ? ਗੁਰੂ ਨੇ ਤੁਹਾਡਾ ਕਰਜ਼ਾ ਲਿਆ ਜਿਹੜਾ ਤੁਹਾਨੂੰ ਵਾਪਸ ਕਰਨਾ। ਕਿਸ ਗੱਲ ਦਾ ਰੋਸਾ ਕਰਦੇ ਹੋ? ਆਪਣੇ ਕਰਮਾਂ ਦਾ ਰੋਸਾ ਗੁਰੂ 'ਤੇ ਨਾ ਕਰਿਆ ਕਰੋ। ਗੁਰੂ ਨੂੰ ਸ਼ੁਕਰਾਨਾ ਕਰਿਆ ਕਰੋ ਕਿ ਤੂੰ ਜੋ ਵੀ ਦਿੱਤਾ ਨਾ ਸਾਨੂੰ, ਉਹ ਸ਼ੁਕਰਾਨਾ ਹੈ ਤੇਰਾ। ਲੇਕਿਨ ਅਸੀਂ ਕੀ ਕਰਦੇ ਹਾਂ? ਅਸੀਂ ਸਿਰਫ ਰੋਸਾ ਕਰਦੇ ਹਾਂ। ਜਿਹੜੇ ਚਲੇ ਗਏ ਮੈਨੂੰ ਬਹੁਤ ਦੁੱਖ ਹੁੰਦਾ, ਕਿਉਂਕਿ ਕਈਆਂ ਨਾਲ ਪਿਆਰ ਪੈ ਜਾਂਦਾ। ਕਈ ਜੀ ਐਸੇ ਆਉਂਦੇ ਆ, ਬਾਬਾ ਜੀ ਨੇ ਮੈਨੂੰ ਬਹੁਤ ਵਾਰੀ ਕਿਹਾ ਕਿ ਕਿਸੇ ਨਾਲ ਪਿਆਰ ਨਾ ਪਾਓ, ਉਹਨੂੰ ਸਮਝਾਓ, ਬਸ ਦੱਸੋ, ਕਿਸੇ ਨਾਲ ਮੋਹ ਪਾਉਣ ਦੀ ਲੋੜ ਨਹੀਂ। ਪਰ ਕੀ ਕਰੀਏ? ਅਸੀਂ ਇਹ ਚੀਜ਼ਾਂ ਤੋਂ ਮੁਕਤ ਹੋ ਹੀ ਨਹੀਂ ਸਕਦੇ ਜਿੱਦਾਂ ਬਾਬਾ ਜੀ ਹੋ ਸਕਦੇ। ਅਸੀਂ ਨਹੀਂ ਹੋ ਸਕਦੇ, ਮੈਂ ਵੀ ਨਹੀਂ ਹੋ ਸਕਦੀ। ਮੋਹ ਪੈ ਜਾਂਦਾ। ਜਦੋਂ ਮੋਹ ਪੈ ਜਾਂਦਾ ਫਿਰ ਆਉਂਦਾ ਕਿ ਉਹ ਕਿਉਂ ਚਲੇ ਗਏ। ਇੰਨੇ ਸਾਲ ਸੇਵਾ ਕੀਤੀ, 12-12 ਸਾਲ, 14-14 ਸਾਲ, ਅੱਜ ਕਿਤੇ ਲੱਭਦੇ ਨੇ। ਕਿਆ ਉਹਨਾਂ ਨੂੰ ਕੁਝ ਮਿਲਿਆ ਨਹੀਂ ਸੀ? ਸਭ ਕੁਝ ਮਿਲਿਆ ਸੀ, ਨਾਮਦਾਨ ਵੀ ਲਿਆ। ਹੋਰ ਸਾਧ ਸੰਗਤ ਜੀ, ਇੱਕ ਗੱਲ ਹੋਰ, ਜੇ ਤੁਸੀਂ ਨਾਮਦਾਨ ਲੈ ਲੈਂਦੇ ਹੋ ਨਾ, ਫਿਰ ਟੁੱਟਣ ਦੀ ਕੋਸ਼ਿਸ਼ ਨਾ ਕਰਿਆ ਕਰੋ, ਕਿਉਂਕਿ ਪਹਿਲੇ ਹੀ ਤੁਹਾਡੇ 'ਤੇ ਕਰਮਾਂ ਦਾ ਬਹੁਤ ਭਾਰ ਹੁੰਦਾ। ਨਾਮਦਾਨ ਲੈ ਕੇ ਤੁਸੀਂ ਉਹਨੂੰ ਤੋੜਦੇ ਹੋ, ਖੰਡਨ ਕਰਦੇ ਹੋ, ਬਹਿ ਜਾਂਦੇ ਹੋ ਘਰ, ਫਿਰ ਤੁਸੀਂ ਹੋਰ ਭਾਗਾ ਦੋਸ਼ੀ ਬਣਦੇ ਹੋ। ਜਾਂ ਤਾਂ ਲਓ ਨਾ, ਜੇ ਲਿਆ ਤਾਂ ਉਹਨੂੰ ਨਿਭਾਓ। ਨਹੀਂ ਤਾਂ ਨਾਮਦਾਨ ਲੈਣ ਤੋਂ ਪਹਿਲਾਂ 100 ਵਾਰ ਸੋਚ ਲਿਆ ਕਰੋ ਕਿ ਮੈਂ ਲੈਣਾ ਕਿ ਨਹੀਂ ਲੈਣਾ। ਨਹੀਂ ਤਾਂ ਨਾ ਲਿਆ ਕਰੋ ਸਾਧ ਸੰਗਤ ਜੀ। ਕਿਉਂ? ਇੱਦਾਂ ਤੁਹਾਡੇ 'ਤੇ ਹੀ ਭਾਰ ਚੜ੍ਹਦਾ। ਫਿਰ ਬਾਹਰ ਜਾ ਕੇ ਤੁਸੀਂ ਇਹ ਕਹੋ ਕਿ ਹਾਂਜੀ ਮੇਰੇ 'ਤੇ ਭਾਰ ਚੜ੍ਹ ਗਿਆ। ਚੜ੍ਹਨਾ ਹੈ ਪਹਿਲੇ ਹੀ ਕਰਮਾਂ ਦੇ ਮਾਰੇ ਹੋਏ ਸੀ ਤੁਸੀਂ, ਜਿਹੜੇ ਇਸ ਦੁਆਰੇ ਆਏ। ਹੋਰ ਕਰਮਾਂ ਦਾ ਮਾੜਾ ਭਾਰ ਲੈ ਕੇ ਘਰ ਬੈਠ ਗਏ। ਤੋ ਇਹ ਤਾਂ ਆਵਾਗਨ ਸਾਧ ਸੰਗਤ ਜੀ ਲੱਗਿਆ ਰਹਿੰਦਾ। ਲੱਖਾਂ ਜੀ ਆ ਗਏ। ਮੇਰੇ ਅੱਖੀ ਦੇਖਣ ਦੀਆਂ ਗੱਲਾਂ ਨੇ, ਜਿਨ੍ਹਾਂ ਨੂੰ ਦਾਤਾਂ ਮਿਲੀਆਂ ਅੱਜ ਨਹੀਂ ਲੱਭਦੇ। ਦਿਲ ਤਾਂ ਕਰਦਾ ਉਹਨਾਂ ਦੇ ਘਰ ਜਾ ਕੇ ਪੁੱਛਾਂ ਕਿ ਜਦੋਂ ਇੱਥੇ ਲਾਈਨਾਂ 'ਚ ਬੈਠਦੇ ਸੀ, ਨੱਕ ਰਗੜਦੇ ਸੀ, ਬਾਬਾ ਜੀ ਮੈਨੂੰ ਪੁੱਤ ਦੇ ਦਿਓ, ਬਾਬਾ ਜੀ ਮੈਨੂੰ ਘਰ ਦੇ ਦਿਓ, ਬਾਬਾ ਜੀ ਮੈਨੂੰ ਕਾਰੋਬਾਰ ਦੇ ਦਿਓ, ਉਦੋਂ ਤੁਹਾਡੀਆਂ ਗੱਲਾਂ ਕਿੱਥੇ ਗਈਆਂ ਸੀ? ਉਦੋਂ ਗੁਰੂ ਸੱਚੇ ਸੀ। ਹੁਣ ਕੀ ਹੋ ਗਿਆ? ਹੁਣ ਗੁਰੂ ਝੂਠੇ ਹੋ ਗਏ। ਝੂਠੇ ਤਾਂ ਖੈਰ ਉਹ ਹੁਣ ਵੀ ਨਹੀਂ ਕਹਿੰਦੇ, ਪਰ ਲੱਭਦੇ ਕਿਤੇ ਨਹੀਂ ਹੈ। ਇਹ ਮਤਲਬੀ ਲੋਕ ਨੇ। ਇਹ ਮਤਲਬੀ ਨਹੀਂ ਹੈ, ਇਹ ਬੇਵਕੂਫ ਲੋਕ ਨੇ। ਕਿਉਂ? ਇਹਨਾਂ ਨੂੰ ਇਹ ਨਹੀਂ ਪਤਾ ਕਿ ਜੋ ਇਹਨਾਂ ਨੇ ਪਾ ਲਿਆ ਉਹ ਤਾਂ ਇੱਥੇ ਹੀ ਰਹਿ ਜਾਣਾ, ਅਤੇ ਜੋ ਇਹਨਾਂ ਨੇ ਗਵਾ ਲਿਆ ਅੱਗੇ ਜਾ ਕੇ ਕਿਸੇ ਨੇ ਇਹਨਾਂ ਨੂੰ ਪੁੱਛਣਾ ਤੱਕ ਨਹੀਂ। ਤੋ ਸਾਧ ਸੰਗਤ ਜੀ, ਉਹ ਚੀਜ਼ ਲਿਆ ਕਰੋ ਜੋ ਚੀਜ਼ ਸਾਨੂੰ ਸੰਤ ਮਹਾਤਮਾ, ਕੋਈ ਵੀ ਧਰਮ, ਤੁਸੀਂ, ਮੈਂ ਨਹੀਂ ਕਹਿੰਦੀ ਤੁਸੀਂ ਦਾਸ ਧਰਮ ਨਾਲ ਜੁੜੋ, ਤੁਸੀਂ ਕਿਸੇ ਵੀ ਧਰਮ ਨਾਲ ਜੁੜੋ, ਕਿਸੇ ਵੀ ਧਰਮ ਨਾਲ, ਪਰ ਇੱਦਾਂ ਜੁੜੋ ਕਿ ਕਦੀ ਟੁੱਟੋ ਨਾ। ਉਸ ਰੱਬ ਨਾਲ ਜੁੜੋ। ਇਹ ਪੌੜੀ ਨੇ ਉੱਥੇ ਤੱਕ ਪਹੁੰਚਣ ਦੀ। ਇਹਨਾਂ ਨੂੰ ਕੀ ਲਾਲਚ ਆ? 2 ਰੋਟੀਆਂ ਖਾਣੀਆਂ, ਕਿਤੇ ਵੀ ਜਾ ਕੇ ਖਾ ਲੈਣਗੇ। 2 ਰੋਟੀਆਂ ਕੋਈ ਵੀ ਦੇ ਦੇਗਾ, ਇਹਨਾਂ ਨੂੰ ਕੀ ਆ? ਇਹ ਸਾਡੀ ਸੇਵਾ 'ਚ ਬੈਠੇ ਨੇ ਸਾਧ ਸੰਗਤ ਜੀ। ਆਪਣੇ ਜੀਵਨ ਨੂੰ ਜਿਹੜਾ ਅਸਲੀ ਮਕਸਦ ਹੈਗਾ, ਜਿਹੜਾ ਦਾਸ ਧਰਮ ਜਿਸ ਲਈ ਬਣਾਇਆ ਗਿਆ ਸੀ
ਕਿ ਤੁਹਾਡੇ ਦੁੱਖ ਕੱਟੇ ਜਾਣਗੇ। ਦੁੱਖ ਕੱਟ ਕੇ ਤੁਹਾਨੂੰ ਨਾਮ ਨਾਲ ਜੋੜਿਆ ਜਾਏਗਾ। ਨਾਮ ਨਾਲ ਕਿਉਂ ਜੋੜਿਆ ਜਾਏਗਾ? ਕਿਉਂਕਿ ਜਿਹੜੀ ਇਸ ਅੰਦਰ ਸਰੀਰ ਦੇ ਅੰਦਰ ਆਤਮਾ ਕੈਦ ਹੈ, ਉਹਨੂੰ ਆਜ਼ਾਦੀ ਚਾਹੀਦੀ ਆ, ਉਹਨੂੰ ਵੀ ਆਜ਼ਾਦੀ ਚਾਹੀਦੀ ਆ। ਔਰ ਉਹ ਆਜ਼ਾਦੀ ਜਿਹੜੀ ਹੈ ਇਸ ਜੇਲ੍ਹ ਤੋਂ ਸਿਰਫ ਸੰਤ ਮਹਾਤਮਾ ਹੀ ਦਵਾ ਸਕਦੇ ਨੇ। ਉਹ ਕਿੱਦਾਂ ਦਵਾ ਸਕਦੇ ਨੇ? ਤੁਹਾਨੂੰ ਸੇਵਾ ਸਿਮਰਨ ਚ ਲਾ ਕੇ ਤੁਹਾਡੇ ਕਰਮਾਂ ਦੀ ਮੈਲ ਨੂੰ ਉਹੀ ਲਾ ਸਕਦੇ ਨੇ, ਤਾਂ ਕਿ ਤੁਹਾਡੀ ਆਤਮਾ ਨੂੰ ਸੋਝੀ ਆਏ ਕਿ ਮੈਂ ਇਹ ਜਨਮ ਕਿਉਂ ਲਿਆ। ਸਾਨੂੰ ਸੋਝੀ ਕਿਸੇ ਨੂੰ ਨਹੀਂ ਆ, ਮੈਨੂੰ ਵੀ ਨਹੀਂ ਆਈ। ਅੱਜ ਸਵੇਰੇ ਗੱਲ ਹੋ ਰਹੀ ਸੀ, ਬਾਬਾ ਜੀ ਕਹਿੰਦੇ ਇੰਨੇ ਸੇਵਕ ਆਉਂਦੇ ਨੇ, ਕਿਸੇ ਨੇ ਵੀ ਅੱਜ ਤੱਕ ਇਹ ਨਹੀਂ ਕਿਹਾ ਬਾਬਾ ਜੀ ਮੈਨੂੰ ਮੁਕਤੀ ਚਾਹੀਦੀ ਆ। ਇਹਨਾਂ ਨੇ ਡਰਦੇ ਮਾਰੇ ਮੇਰਾ ਨਾਮ ਨਹੀਂ ਲਿਆ, ਮੈਂ ਖੁਦ ਹੀ ਲੈ ਲਿਆ। ਮੈਂ ਕਿਹਾ ਮੈਂ ਵੀ ਕਹਿੰਦੀ ਹਾਂ ਕਿ ਮੈਨੂੰ ਨਹੀਂ ਚਾਹੀਦੀ, ਮੈਂ ਮੁਕਤ ਹੋਣਾ ਹੀ ਨਹੀਂ ਚਾਹੁੰਦੀ। ਕਿਉਂ? ਮੁਕਤ ਹੋ ਜਾਊਂਗੀ ਤਾਂ ਜਨਮ ਨਹੀਂ ਹੋਣਾ ਦੁਬਾਰਾ। ਜੇ ਜਨਮ ਨਹੀਂ ਹੋਊਗਾ ਤਾਂ ਦੁਬਾਰਾ ਤੁਹਾਡੇ ਨਾਲ ਕਿੱਦਾਂ ਆਉਂਗੀ ਮੈਂ ਨਹੀਂ ਮੁਕਤ ਹੋਣਾ। ਮੈਂ ਭਾਵੇਂ ਚਲੋ ਇਸ ਵਾਰ ਮੈਂ ਤੁਹਾਡੀ ਘਰ ਦੀ ਬਣ ਕੇ ਆ ਗਈ, ਅਗਲੀ ਵਾਰ ਭਾਵੇਂ ਤੁਸੀਂ ਮੈਨੂੰ ਨੌਕਰ ਬਣਾ ਕੇ ਲਿਆਓ, ਜੋ ਮਰਜ਼ੀ ਬਣਾ ਕੇ ਲਿਆਓ, ਪਰ ਮੈਨੂੰ ਇੰਨੀ ਸੋਝੀ ਜ਼ਰੂਰ ਦਿਓ ਕਿ ਮੈਂ ਤੁਹਾਡੇ ਨਾਲ ਕਿਸੇ ਜਨਮ 'ਚ ਸੀਗੀ। ਇਹਨਾਂ ਨੇ ਤਾਂ ਮੈਨੂੰ ਦੱਸਿਆ ਹੋਇਆ ਕਿ ਮੈਂ ਕਿਹੜੇ ਜਨਮ 'ਚ ਇਹਨਾਂ ਨਾਲ ਆਈ, ਮੈਨੂੰ ਪਤਾ ਵੀ ਹੈ ਕਿਉਂਕਿ ਮੈਂ ਸੁਪਨਿਆਂ 'ਚ ਦੇਖਿਆ ਹੋਇਆ। ਇਹ ਚੀਜ਼ਾਂ ਸਿਰਫ ਮੈਨੂੰ ਪਤਾ, ਮੈਂ ਕਹਿ ਸਕਦੀ ਹਾਂ, ਤੁਸੀਂ ਸੁਣ ਸਕਦੇ ਪਰ ਤੁਸੀਂ ਸਮਝ ਨਹੀਂ ਸਕਦੇ। ਤੁਹਾਡੇ ਲਈ ਸਿਰਫ ਇਹ ਇੱਕ ਗੱਲ ਹੋਣੀ ਆ। ਮੈਂ ਫੀਲ ਕੀਤੀਆਂ ਹੋਈਆਂ ਨੇ, ਕਿਉਂਕਿ ਮੈਂ ਇਹਨਾਂ ਨਾਲ ਰਹਿ ਕੇ ਜੋ ਕੁਝ ਮੈਂ ਦੇਖਦੀ ਹਾਂ ਜਾਂ ਸਮਝਦੀ ਹਾਂ, ਹਾਂ ਉਹਨੂੰ ਮੈਂ ਫੋਲੋ ਨਹੀਂ ਕਰਦੀ, ਉਹਨੂੰ ਮੈਂ ਪੂਰੀ ਤਰ੍ਹਾਂ ਜੇ ਮੈਂ ਮੰਨ ਲਾਂ ਤਾਂ ਮੈਂ ਵੀ ਉੱਥੇ ਬੈਠ ਜਾ ਇਹਨਾਂ ਨਾਲ ਜਾ ਕੇ। ਕਿਉਂ? ਮੈਂ ਵੀ ਸੰਤ ਬਣ ਜਾਵਾਂਗੀ ਜੇ ਮੈਂ ਪੂਰੀ ਤਰ੍ਹਾਂ ਇਹਨਾਂ ਨੂੰ ਫੋਲੋ ਕਰ ਲਾਂ। ਤੁਸੀਂ ਵੀ ਮੰਨ ਸਕਦੇ ਹੋ ਜੇ ਤੁਸੀਂ ਵੀ ਫੋਲੋ ਕਰ ਲਓ। ਸੰਤ ਬਣਨ ਲਈ ਕੀ ਆ? ਸੰਤ ਬਣਨ ਲਈ ਉਸ ਪਰਮਾਤਮਾ ਨਾਲ ਜੁੜਨਾ ਪੈਣਾ, ਆਪਣੀ ਆਤਮਾ ਨੂੰ ਸਫ਼ਰ 'ਤੇ ਚਲਾਉਣਾ ਪੈਣਾ, ਜਿਹੜਾ ਅਸੀਂ ਨਹੀਂ ਚਲਾਇਆ ਹੋਇਆ। ਤੋ ਸਾਧ ਸੰਗਤ ਜੀ, ਦਾਸ ਧਰਮ ਦਾ ਬਸ ਇਹੀ ਸੰਦੇਸ਼ ਆ ਜੋ ਮੈਂ ਅੱਜ ਤੱਕ ਸਮਝਿਆ, ਜੋ ਮੇਰੀ ਸਮਝ ਹੈ ਕਿ ਜੇ ਤੁਸੀਂ ਧਰਮ 'ਚ ਆਏ ਹੋ, ਧਰਮ ਤੁਹਾਨੂੰ ਮਰਿਆਦਾ ਸਿਖਾਉਂਦਾ, ਮਰਿਆਦਾ 'ਚ ਰਹੋ, ਇੱਕ ਦੂਜੇ ਨਾਲ ਪ੍ਰੇਮ ਕਰੋ। ਜੇ ਸੇਵਾ ਲਈ ਹੈ ਸੇਵਾ ਕਰੋ, ਗੁਰੂ ਦੇ ਕਥਨਾਂ ਨੂੰ ਮੰਨੋ। ਜੇ ਡੇਰੇ ਆਇਓ ਤਾਂ ਪੂਰੀ ਤਰ੍ਹਾਂ ਡੇਰੇ ਆ ਜਾਓ, ਜੇ ਆਪਣੇ ਘਰ ਹੋ ਤਾਂ ਪੂਰੀ ਤਰ੍ਹਾਂ ਘਰ ਬੈਠੋ। ਅਤੇ ਡੇਰੇ ਆ ਕੇ ਫਿਰ ਭੁੱਲ ਜਾਓ ਕਿ ਮੇਰਾ ਘਰ ਹੈ ਅਤੇ ਮੇਰੇ ਬੱਚੇ ਹੈ, ਮੇਰਾ ਪਰਿਵਾਰ ਹੈ। ਫਿਰ ਯਾਦ ਰੱਖੋ ਸਿਰਫ ਆਪਣੇ ਆਪ ਨੂੰ, ਆਪਣੇ ਗੁਰੂ ਨੂੰ। ਬਸ ਇਹੀ ਜੇ ਤੁਸੀਂ ਅਪਣਾ ਲਓਗੇ ਫਿਰ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ। ਬਸ ਡੇਰੇ ਆ ਕੇ ਤੁਸੀਂ ਬਸ ਦੋ ਹੀ ਚੀਜ਼ਾਂ ਯਾਦ ਰੱਖਿਓ, ਮੈਂ ਅਤੇ ਮੇਰਾ ਸਵਾਮੀ। ਸਵਾਮੀ ਕੌਣ? ਆਤਮਾ ਦਾ ਪਰਮਾਤਮਾ, ਔਰ ਸੰਤ ਮਹਾਤਮਾ ਉਸ ਪਰਮਾਤਮਾ ਦੇ ਰੂਪ ਹੁੰਦੇ ਨੇ। ਬਸ ਇਹ ਚੀਜ਼ ਯਾਦ ਰੱਖਿਆ ਕਰੋ। ਮੈਂ ਜੋ ਫੀਲ ਕਰਦੀ, ਮੈਂ ਜੋ ਵਿਚਾਰ ਨੇ, ਮੈਂ ਤੁਹਾਨੂੰ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਸੇਵਾ ਲਈ ਆ ਸੇਵਾ ਕਰਿਆ ਕਰੋ, ਇੱਕ ਦੂਜੇ ਨਾਲ ਪ੍ਰੇਮ ਕਰਿਆ ਕਰੋ, ਇੱਕ ਦੂਜੇ ਦਾ ਕਹਿਣਾ ਮੰਨਿਆ ਕਰੋ। ਇਹ ਕਰਕੇ ਦੇਖਿਓ ਤੁਹਾਡੀ ਆਤਮਾ ਆਪਣੇ ਆਪ ਹੀ ਤੁਹਾਨੂੰ ਗਵਾਹੀ ਦੇਵੇਗੀ, ਤੁਹਾਡੀ ਆਤਮਾ ਆਪਣੇ ਆਪ ਹੀ ਖੁਸ਼ ਹੋ ਜਾਏਗੀ। ਮਨ ਜਿਹੜਾ ਹੈ ਨਾ ਸਾਧ ਸੰਗਤ ਜੀ, ਉਹ ਕਦੇ ਖੁਸ਼ ਨਹੀਂ ਹੋ ਸਕਦਾ। ਕਿਉਂ? ਉਹਨੂੰ ਸੋਝੀ ਨਹੀਂ ਹੈ। ਲੇਕਿਨ ਇਹਦੇ ਅੰਦਰ ਜਿਹੜੀ ਆਤਮਾ ਹੈ, ਤੁਸੀਂ ਚੰਗਾ ਕਰਮ ਕਰਕੇ ਦੇਖੋ, ਤੁਹਾਨੂੰ ਆਪਣੇ ਆਪ ਫੀਲ ਹੋਏਗਾ ਕਿ ਮੈਨੂੰ ਕੁਝ ਅੱਛਾ ਫੀਲ ਹੋ ਰਿਹਾ। ਇਹ ਸਭ ਉਹਨਾਂ ਨਾਲ ਹੁੰਦਾ ਸਾਧ ਸੰਗਤ ਜੀ ਜਿਨ੍ਹਾਂ ਨੇ ਗੁਰੂ ਧਾਰਿਆ ਹੋਇਆ। ਆਮ ਜੀਵ ਨਾਲ ਇਹ ਨਹੀਂ ਹੋ ਸਕਦਾ। ਆਮ ਜੀਵ ਦੀ ਕੀ ਆ? ਗੁੱਸਾ ਨਾ ਕਰਿਓ ਸਾਧ ਸੰਗਤ ਜੀ, ਆਮ ਜੀਵ ਜਿਨ੍ਹਾਂ ਨੇ ਨਾ ਗੁਰੂ ਨੂੰ ਮੰਨਿਆ, ਨਾ ਗੁਰੂ ਧਾਰਿਆ, ਨਾ ਕਿਸੇ ਗੁਰੂ ਨੂੰ ਕੋਈ ਮੰਨਦਾ, ਉਹ ਕਿਸੇ ਦੀ ਖੁਸ਼ੀ ਦੇਖ ਕੇ ਦੁਖੀ ਹੋ ਜਾਣਗੇ। ਮਨ ਮੁੱਖ ਦੀ ਨਿਸ਼ਾਨੀ ਹੈ, ਮਨ ਮੁੱਖ ਦੀ। ਸਤਸੰਗ 'ਤੇ ਜਾਣਾ ਹੋਏ ਸੋ ਕੰਮ ਆ ਜਾਣਗੇ ਉਹਨੂੰ ਕਿ ਮੈਂ ਨਹੀਂ ਜਾ ਸਕਦਾ ਜੀ, ਮੈਨੂੰ ਤਾਂ ਵਿਆਹ ਆ ਗਿਆ, ਮੈਨੂੰ ਇਹ ਕੰਮ ਆ ਗਿਆ। ਲੇਕਿਨ ਜਿਹੜਾ ਗੁਰਮੁਖ ਹੈ, ਜਿਹੜਾ ਉਸ ਗੁਰੂ ਦਾ ਪਿਆਰਾ, ਉਹਨੂੰ ਸਿਰਫ ਉਸ ਦਿਨ ਆਪਣਾ ਗੁਰੂ ਹੀ ਯਾਦ ਰਹਿੰਦਾ ਹੈ, ਜਿਸ ਦਿਨ ਉਹਨੇ ਡੇਰੇ ਜਾਣਾ ਹੁੰਦਾ ਕਿ ਮੈਂ ਸੇਵਾ 'ਤੇ ਜਾਣਾ ਹੈ, ਮੈਂ ਆਪਣਾ ਗੁਰੂ ਦਾ ਦਿਨ ਹੈ, ਮੈਂ ਆਪਣੇ ਗੁਰੂ ਦੇ ਦਿਨ 'ਤੇ ਜਾਣਾ। ਇਹ ਨਿਸ਼ਾਨੀਆਂ ਨੇ। ਤੁਹਾਡੇ ਕੰਮਕਾਰ ਸਾਧ ਸੰਗਤ ਜੀ ਚੱਲਦੇ ਰਹਿੰਦੇ ਨੇ। ਤੁਸੀਂ ਖੁਦ ਸਿਆਣੇ ਹੋ, ਮੇਰੀ ਤਾਂ ਇੰਨੀ ਉਮਰ ਨਹੀਂ ਹੈ ਜਿੰਨਾ ਤੁਹਾਡਾ ਐਕਸਪੀਰੀਅੰਸ ਹੈ, ਜਿਹੜੇ ਵਿੱਚ ਬੈਠੇ ਨੇ ਸਿਆਣੇ ਮਾਨਯੋਗ ਵਿੱਚ ਬੈਠੇ ਹੋਏ ਨੇ, ਕਿ ਜ਼ਿੰਦਗੀ ਦਾ ਕੁਝ ਪਤਾ ਨਹੀਂ ਆ ਸਾਧ ਸੰਗਤ ਜੀ। ਅੱਜ ਸੁੱਤੇ ਆ, ਕੱਲ੍ਹ ਉੱਠਣਾ ਕਿ ਨਹੀਂ ਉੱਠਣਾ, ਕੁਝ ਪਤਾ ਨਹੀਂ ਆ। ਮੈਂ ਆਪਣੀ ਵੀ ਗਰੰਟੀ ਨਹੀਂ ਲੈਂਦੀ, ਮੈਂ ਤੁਹਾਡੀ ਕੀ ਲੈਣੀ ਆ ਕਿ ਮੈਂ ਅੱਜ ਸੁੱਤੀ ਹਾਂ ਕੱਲ੍ਹ ਉੱਠਣਾ ਕਿ ਨਹੀਂ। ਪਰ ਮੈਨੂੰ ਇੰਨਾ ਪਤਾ ਹੈ ਕਿ ਜੇ ਮੈਂ ਸੁੱਤੀ ਵੀ ਰਹਿ ਗਈ ਤਾਂ ਅਗਲੇ ਘਰ 'ਚ ਮੈਂ ਉੱਠਾਂਗੀ ਕਿੱਥੇ, ਕਿਉਂਕਿ ਮੈਨੂੰ ਪਤਾ ਮੇਰੀ ਬਾਂਹ ਫੜਨ ਵਾਲੇ ਹੈਗੇ ਆ। ਇੰਨੀ ਕੁ ਸੇਵਾ ਤਾਂ ਮੈਂ ਕੀਤੀ ਹੈ ਕਿ ਜੇ ਮੇਰੀ ਉੱਠਣ ਤੋਂ ਬਾਅਦ ਵੀ ਅੱਖ ਖੁੱਲ੍ਹਦੀ ਹੈ ਤਾਂ ਉਸ ਦੁਨੀਆ 'ਚ ਹੀ ਖੁੱਲ੍ਹੇਗੀ ਜਿੱਥੋਂ ਮੈਂ ਆਈ ਹਾਂ। ਕਿਆ ਤੁਸੀਂ ਇਸ ਚੀਜ਼ ਦੀ ਗਰੰਟੀ ਲੈਂਦੇ ਹੋ ਕਿ ਜੇ ਤੁਹਾਡੀ ਅੱਖ ਖੁੱਲ੍ਹੇਗੀ ਤਾਂ ਕਿੱਥੇ ਖੁੱਲ੍ਹੇਗੀ? ਜੰਮਾਂ ਦੀ ਮਾਰ ਪੈਂਦੀ ਹੋਏਗੀ
ਜਾਂ ਗੁਰੂ ਦੇ ਸਾਹਮਣੇ ਖੜੇ ਹੋਗੇ, ਹਾਂ ਉਹ ਤੁਹਾਡਾ ਵੈਲਕਮ ਕਰੇਗਾ ਕਿ ਹਾਂ ਪੁੱਤ ਆ ਜਾ, ਤੂੰ ਜਿਸ ਸਫ਼ਰ ਤੇ ਗਿਆ ਸੀ ਤੂੰ ਕਰਕੇ ਆ ਗਿਆ ਮੇਰੇ ਕੋਲ। ਇਹ ਤੈਅ ਤੁਸੀਂ ਕਰਨਾ ਸਾਧ ਸੰਗਤ ਜੀ। ਇਹ ਨਾ ਸੋਚਿਆ ਕਰੋ ਬੜੀ ਲੰਬੀ ਉਮਰ ਆ, ਉਮਰ ਦਾ ਕੁਝ ਪਤਾ ਨਹੀਂ ਸਾਧ ਸੰਗਤ ਜੀ। ਇੰਨਾ ਕਲਯੁਗ ਹੈ, ਇੱਦਾਂ ਦਾ ਮਾਹੌਲ ਆ, ਸਰੀਰਾਂ 'ਚ ਕੁਝ ਨਹੀਂ ਹੈਗਾ, ਲੇਕਿਨ ਆਪਣੀ ਆਤਮਾ ਜਿਹੜੀ ਹੈ ਨਾ ਉਹਨੂੰ ਸਵਾਰੋ, ਉਹਨੂੰ ਸਵਾਰੋ, ਉਹਨੂੰ ਵੀ ਦਰਸ਼ਨ ਕਰਾਓ ਆਪਣੇ ਗੁਰੂ ਦੇ। ਉਹ ਕਿਸ ਲਈ ਆਈ ਆ ਉਹਨੂੰ ਵੀ ਤਾਂ ਦੱਸੋ, ਉਹਨੂੰ ਵੀ ਪਤਾ ਚੱਲੇ ਕਿ ਮੈਂ ਕਿਸ ਲਈ ਆਈ ਹਾਂ। ਉਹਦੇ ਲਈ ਕੁਝ ਕਰਨ ਦੀ ਲੋੜ ਨਹੀਂ। ਬਸ ਸਾਧ ਸੰਗਤ ਜੀ ਤੁਹਾਨੂੰ ਇੱਕ ਹੀ ਗੱਲ ਦੱਸੀ ਆ, ਗੁਰੂ ਬਣਾਇਆ, ਕਿਸੇ ਧਰਮ ਨਾਲ ਜੁੜਿਓ ਤੇ ਟੁੱਟ ਕੇ ਜੁੜੋ। ਜਿੱਦਾਂ ਆਪਾਂ ਮਿਹਨਤ ਕਰਦੇ ਹਾਂ ਨਾ, ਜਿੱਦਾਂ ਮਜ਼ਦੂਰ ਨੂੰ ਪੁੱਛੋ, ਸਾਰਾ ਦਿਨ ਮਿਹਨਤ ਕਰਦਾ, ਰਾਤ ਨੂੰ ਪਤਾ ਨਹੀਂ ਹੁੰਦਾ ਉਹਨੂੰ ਕਦੋਂ ਨੀਂਦ ਆ ਗਈ। ਉਹਨੂੰ ਪੁੱਛੋ, ਉਹਨੂੰ ਲੋੜ ਨਹੀਂ ਹੈ ਕਿਸੇ ਖਾਣੇ ਪੀਣ ਦੀ, ਜਾਂ ਉਹਨੂੰ ਟੀਵੀ ਦੇਖਣ ਦੀ, ਜਾਂ ਉਹਨੂੰ ਫੋਨ ਚਲਾਉਣ ਦੀ, ਉਹਨੂੰ ਪਤਾ ਹੀ ਨਹੀਂ ਚੱਲਦਾ, ਉਹਨੂੰ ਤਾਂ ਬਿਸਤਰਾ ਮਸੀਂ ਮਿਲਦਾ ਸੌਣ ਲਈ। ਤੇ ਇੱਦਾਂ ਬਣਾਓ ਆਪਣੀ ਆਤਮਾ ਨੂੰ, ਇੱਦਾਂ ਦੇ ਗੁਣ ਧਾਰਨ ਕਰੋ। ਬਾਕੀ ਸਾਧ ਸੰਗਤ ਜੀ ਬੁੱਧੀ ਤਾਂ ਤੁਹਾਨੂੰ ਸਭ ਨੇ ਦਿੱਤੀ ਆ, ਸਾਰਿਆਂ ਨੂੰ ਬੁੱਧੀ ਦਿੱਤੀ ਹੈ, ਮੇਰੇ ਨਾਲ ਵੱਧ ਹੀ ਬੁੱਧੀ ਹੋਣੀ ਆ ਤੁਹਾਡੇ 'ਚ, ਤੁਸੀਂ ਸਿਆਣੇ ਹੋ ਸਾਰੇ। ਲੇਕਿਨ ਜਿਹੜੀ ਵਿਵੇਕ ਬੁੱਧੀ ਕੀ, ਜਿਹੜੀ ਸਾਨੂੰ ਉਸ ਪਰਮਾਤਮਾ ਬਾਰੇ ਦੱਸਦੀ ਆ, ਪਰਮਾਤਮਾ ਨਾਲ ਜੋੜਦੀ ਆ, ਉਹ ਸਭ ਨੂੰ ਨਹੀਂ ਦਿੱਤੀ ਸਾਧ ਸੰਗਤ ਜੀ ਰੱਬ ਨੇ। ਰੱਬ ਕੋਲ ਜੇ ਮੰਗਣਾ ਨਾ, ਉਹਨੂੰ ਕਿਹਾ ਕਰੋ ਰੱਬਾ ਮੈਨੂੰ ਵਿਵੇਕ ਬੁੱਧੀ ਦੇ, ਮੇਰਾ ਵਿਵੇਕ ਜਾਗੇ, ਮੇਰਾ ਮਨ ਜਾਗੇ ਕਿ ਮੈਂ ਕਿਸ ਲਈ ਆਇਆ। ਬਸ ਇਹ ਸਭ ਚੀਜ਼ਾਂ ਮੰਗਿਆ ਕਰੋ ਸਾਧ ਸੰਗਤ ਜੀ। ਤੁਹਾਨੂੰ ਇੰਨਾ ਸਕੂਨ ਮਿਲੇਗਾ, ਇੰਨਾ ਸਕੂਨ ਮਿਲੇਗਾ ਕਿ ਤੁਹਾਨੂੰ ਆਪਣੀ ਦਰਦ ਵੀ ਫੀਲ ਨਹੀਂ ਹੋਣੀ, ਆਪਣਾ ਦੁੱਖ ਵੀ ਫੀਲ ਨਹੀਂ ਹੋਣਾ। ਬਾਕੀ ਤੁਸੀਂ ਤਾਂ ਸਾਰੇ, ਸੰਗਤ ਸਿਆਣੀ ਹੁੰਦੀ ਹੈ ਸਾਧ ਸੰਗਤ ਜੀ, ਰੱਬ ਦਾ ਰੂਪ ਹੁੰਦੀ ਹੈ ਸੰਗਤ। ਤਾਂ ਵੱਧ ਘੱਟ ਬੋਲਿਆ ਹਜੇ ਤੇ ਮਾਫੀ ਚਾਹੁੰਦੀ ਹਾਂ ਸਾਧ ਸੰਗਤ ਜੀ। ਇਹਨਾਂ ਸ਼ਬਦਾਂ ਨਾਲ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ।